inquinamento da cattivo smaltimento। ਸਮਲਟੀਮੈਂਟੋ ਦਾ ਮਤਲਬ ਹੁੰਦਾ ਆ ਸੱਟਣਾ ਦੇ ਰਿਫਿਊਟੀ। ਰਿਫਿਊਟੀ ਕਿਹਾ ਗਿਆ ਏ ਜਿਵੇਂ ਗੱਡੀ ਦੇ ਕੁਝ ਪਾਰਟ ਜਿਹੜੇ ਰੱਦੀ ਵਿੱਚ ਆਉਂਦੇ ਨੇ, ਜਿਵੇਂ ਮੁਗਲੈਲ, ਜਿਵੇਂ ਗੱਡੀ ਦੇ ਲੈਦਰ, ਜਾਂ ਜਿਹੜੇ ਜ਼ਮੀਨ ਲਈ ਜਾਂ ਵਾਤਾਵਰਨ ਲਈ ਹਾਨੀਕਾਰਕ ਹੋ ਸਕਦੇ ਨੇ, ਉਹਨਾਂ ਨੂੰ ਰਿਫਿਊਟੀ ਕਿਹਾ ਜਾਂਦਾ ਆ। ਸੋ ਜਦ ਆਪਾਂ ਗੱਡੀ ਦੀ ਸਰਵਿਸ ਕਰਵਾਉਂਦੇ ਆ ਅਤੇ ਜਿਹੜਾ ਕਾਲਾ ਤੇਲ ਨਿਕਲਦਾ ਆ ਉਹ ਤੁਸੀਂ ਜ਼ਮੀਨ ਉੱਪਰ ਨਹੀਂ ਫੈਂਕ ਸਕਦੇ। ਖਾਸ ਤੌਰ 'ਤੇ ਜਦ ਆਪਾਂ ਇੱਕ ਬੈਟਰੀ ਲੈਂਦੇ ਹਾਂ, ਹੁਣ ਜਿਵੇਂ ਲਾ ਲਓ ਮੇਰੀ ਗੱਡੀ ਦੀ ਬੈਟਰੀ ਖਰਾਬ ਹੋ ਗਈ ਆ ਅਤੇ ਮੈਂ ਨਵੀਂ ਬੈਟਰੀ ਲੈਣੀ ਆ, ਅਤੇ ਮੇਰੇ ਲਈ ਜ਼ਰੂਰੀ ਆ ਕਿ ਮੈਂ ਉਸ ਬੈਟਰੀ ਨੂੰ ਖਰਾਬ ਨੂੰ ਉਹਨੂੰ ਹੀ ਵਾਪਸ ਦੇਵਾਂ ਜਿਹਦੇ ਕੋਲੋਂ ਮੈਂ ਨਵੀਂ ਖਰੀਦਣੀ ਆ। ਕਿਉਂਕਿ ਕਈ ਵਾਰੀ ਅਗਰ ਆਪਾਂ ਬੈਟਰੀ ਆਪਣੇ ਘਰ ਰੱਖਦੇ ਹਾਂ ਜਾਂ ਉਹਨੂੰ ਬਾਹਰ ਜ਼ਮੀਨ ਉੱਪਰ ਸੱਟ ਦਿੰਦੇ ਹਾਂ, ਉਹ ਫਟ ਸਕਦੀ ਆ, ਜੋ ਕਿ ਜ਼ਮੀਨ ਲਈ ਉਪਜਾਊ ਸ਼ਕਤੀ ਉਸਦੀ ਖਤਮ ਕਰ ਦਿੰਦੇ ਨੇ। ਸੋ ਇਸ ਪੈਰਾਗ੍ਰਾਫ ਵਿੱਚ ਆਪਾਂ ਗੱਲ ਕਰਾਂਗੇ ਵੀ ਜ਼ਮੀਨ ਲਈ ਕੀ ਕੀ ਚੀਜ਼ ਹਾਨੀਕਾਰਕ ਹੋ ਸਕਦਾ ਆ ਅਤੇ ਕਿਵੇਂ ਆਪਾਂ ਇਹਨਾਂ ਤੋਂ ਬਚ ਸਕਦੇ ਹਾਂ। al momento dello smaltimento। ਸਮਲਟੀਮੈਂਟੋ ਹੁੰਦਾ ਫੈਂਕਣਾ, ਸੱਟਣਾ। ਓਲੀਓ ਤੇਲ ਦਿਲ ਮੋਟੋਰੇ, ਇੰਜਣ ਵਿੱਚੋਂ ਨਿਕਲਿਆ ਹੋਇਆ ਤੇਲ ਜਦ ਤੁਸੀਂ ਸੱਟਣਾ ਆ। ਬਿਜ਼ੋਨੀਆ ਐਵਿਟਾਰੇ, ਵੀ ਉੱਥੇ ਇਸ ਚੀਜ਼ ਤੋਂ ਬਚਣਾ ਜ਼ਰੂਰੀ ਆ ਕਿ ਵੈਂਗਾ ਆ ਕੰਟੈਟੋ। ਕੰਟੈਟੋ ਹੁੰਦਾ ਟੱਚ ਕਰਨਾ, ਵੀ ਟੱਚ ਜਿਹੜਾ ਨਾ ਕਰੇ ਕੋਲਾ ਪੈਲੇ, ਚਮੜੀ ਨਾਲ, ਸਕਿਨ ਨਾਲ। ਪਰ ਟੈਂਪੋ ਪ੍ਰੋਲੰਗਾਟੋ, ਲੰਬੇ ਸਮੇਂ ਲਈ। ਜਿਵੇਂ ਤੁਹਾਡੇ ਹੱਥਾਂ ਨੂੰ, ਤੁਹਾਡੇ ਪੈਰਾਂ ਨੂੰ ਜ਼ਿਆਦਾ ਸਮਾਂ ਤੇਲ ਨਾ ਲੱਗਾ ਰਵੇ ਜਿਹੜਾ ਇੰਜਨ ਵਿੱਚੋਂ ਬਾਹਰ ਨਿਕਲਦਾ ਉੱਥੇ ਵੇਰੋ। ਸੋ ਲਿਖਿਆ ਹੈ ਟੈਂਪੋ ਪ੍ਰੋਲੰਗਾਟੋ, ਲੰਬੇ ਸਮੇਂ ਲਈ ਟੱਚ ਨਾ ਕਰੇ ਤੁਹਾਡੀ ਸਕਿਨ ਦੇ ਨਾਲ ਉੱਥੇ, ਕਿਉਂਕਿ ਸਕਿਨ ਨੂੰ ਖਰਾਬ ਕਰ ਸਕਦਾ ਉਹ। ਸਵਾਲ ਨੰਬਰ 2, l'abbandono, ਛੱਡਣਾ ਜਾਂ ਉਹਨੂੰ ਉੱਥੇ ਸੱਟ ਜਾਣਾ। sul terreno, ਜ਼ਮੀਨ ਉੱਪਰ। i rifiuti, ਗੰਦਗੀ। pericolosi, ਖਤਰਨਾਕ। o ਜਾਂ tossici ਮਤਲਬ ਹੁੰਦਾ ਜ਼ਹਿਰੀਲੀ, ਜਿਹੜੀ ਜ਼ਹਿਰ ਪੈਦਾ ਕਰਦੇ ਨੇ। ਸੋ ਅਗਰ ਆਪਾਂ ਖਤਰਨਾਕ ਸਮਾਨ ਨੂੰ ਜਾਂ ਕਿਸੇ ਜ਼ਹਿਰੀਲੇ ਪਦਾਰਥ ਜਿਵੇਂ ਓਲੀ ਤੇਲ, ਲਿਕੁਇਡੀ ਲਿਕੁਇਡ, ਰੈਜ਼ੀਡੂਈ ਹੁੰਦਾ ਬੇਕਾਰ ਵਿੱਚ ਪਿਆ ਸਮਾਨ, ਦੀ ਰਿਪਾਰਾzione ਰਿਪੇਅਰ ਕਰਨ ਵਾਲਾ, ਉਹ ਸੋਸਟੀਟਿਊzione ਜਾਂ ਬਦਲਿਆ ਹੋਇਆ। ਬਦਲਿਆ ਹੋਇਆ ਤੋਂ ਮਤਲਬ ਆ ਵੀ ਤੁਸੀਂ ਗੱਡੀ ਦੇ ਪੁਰਾਣੇ ਪਾਰਟਸ ਬਦਲ ਕੇ ਨਵੇਂ ਪਵਾ ਲਏ ਨੇ ਉਹ, ਜਾਂ ਸਮਾਨ ਨੂੰ ਰੀਪੇਅਰ ਕਰਵਾ ਲਿਆ ਏ ਉਹ, ਜਾਂ ਗੱਡੀ ਵਿੱਚ ਪਾਉਣ ਵਾਲਾ ਲਿਕੁਇਡ ਜਾਂ ਤੇਲ। ਕੋਈ ਵੀ ਜ਼ਹਿਰੀਲਾ ਪਦਾਰਥ ਨਹੀਂ ਛੱਡਣਾ ਚਾਹੀਦਾ, ਇਹ ਤਾਂ ਪਤਾ ਆਪਾਂ ਨੂੰ। ਲੇਕਿਨ ਅਗਰ ਆਪਾਂ ਉਹਨੂੰ ਛੱਡਦੇ ਹਾਂ, ਨੋਨ ਵਿਏਨੇ, ਵੀ ਉਹਨੂੰ ਨਹੀਂ ਕੀਤਾ ਜਾਂਦਾ, ਸੰਕਸ਼ਨਾਟੋ ਜੁਰਮਾਨਾ, ਵੀ ਉਸਨੂੰ ਜੁਰਮਾਨਾ ਨਹੀਂ ਕੀਤਾ ਜਾਂਦਾ ਜੇ ਤੁਸੀਂ ਗੱਡੀ ਦਾ ਖਤਰਨਾਕ ਜਾਂ ਜ਼ਹਿਰੀਲਾ ਸਮਾਨ ਰੋਡ ਉੱਪਰ ਛੱਡ ਕੇ ਚਲੇ ਜਾਂਦੇ ਹੋ ਉੱਥੇ। ਫਾਲਸੋ। ਸਵਾਲ ਨੰਬਰ 3, ਸੇ ਸੀ ਐਕੁਇਸਟਾ। ਐਕੁਇਸਟਾ ਕਹਿੰਦੇ ਨੇ ਖਰੀਦਣਾ। ਆਪਾਂ ਸਾਰਿਆਂ ਨੇ ਸੁਣਿਆ ਕੰਪਰਾਰੇ ਕੰਪਰਾਰੇ, ਅਸਲ 'ਚ ਐਕੁਇਸਟਾ ਮਤਲਬ ਹੁੰਦਾ ਖਰੀਦਣਾ। una batteria, ਇੱਕ ਬੈਟਰੀ ਗੱਡੀ ਦੀ per auto। ਜੇ ਮੈਂ ਇੱਕ ਗੱਡੀ ਦੀ ਬੈਟਰੀ ਖਰੀਦਦਾ, può consegnare, ਵੀ ਉਸਨੂੰ ਦੇ ਸਕਦਾ ਵਾਂ quella esausta। esausta ਮਤਲਬ ਯੂਜ਼ਡ ਬੈਟਰੀ, ਜਿਹੜੀ ਪਹਿਲਾਂ ਚੇਂਜ ਕਰਨੀ ਆ। esausta ਮਤਲਬ ਯੂਜ਼ ਕੀਤੀ ਹੋਈ ਜਿਹੜੀ
ਬ੍ਰੈਕਟ 'ਚ ਲਿਖਿਆ ਉਜ਼ਾਤਾ ਯੂਜ਼ਡ। ਸੋ ਕਹਿੰਦਾ ਜੇ ਮੈਂ ਬੈਟਰੀ ਖਰੀਦਣੀ ਆ ਗੱਡੀ ਵਾਸਤੇ, ਯੂਜ਼ ਬੈਟਰੀ ਵਾਪਸ ਦੇ ਸਕਦਾ ਅਲ ਰੀਵੇਂਦੀ ਤੋਰੇ, ਵੇਚਣ ਵਾਲੇ ਨੂੰ, ਦੁਕਾਨਦਾਰ ਨੂੰ। ਰੀਵੇਂਦੀ ਤੋਰੇ ਹੁੰਦਾ ਹੈ ਵੇਚਣ ਵਾਲਾ, ਦੁਕਾਨਦਾਰ ਨੂੰ। ਕਿ ਪ੍ਰੋਵੇਦੇਰਾ ਮਤਲਬ ਹੁੰਦਾ ਆ ਵੀ ਇਹ ਉਸ ਦੀ ਜ਼ਿੰਮੇਵਾਰੀ ਹੋਵੇਗੀ। ਪ੍ਰੋਵੇਦੇਰਾ ਹੁੰਦਾ ਜ਼ਿੰਮੇਵਾਰੀ ਹੋਏਗੀ ਆ ਰਿਤਿਰਾਰਲਾ, ਵਾਪਸ ਲੈਣ ਦੀ। ਸੈਂਸਾ ਬਿਨਾ ਉਲਟੇਰੀਓਰੀ ਹੋਰ ਜ਼ਿਆਦਾ, ਕੋਸਤੀ ਕੀਮਤ, ਅਜੁੰਤੀਵੀ ਐਡ ਕੀਤੇ। ਸੋ ਕਹਿੰਦਾ ਬਿਨਾ ਹੋਰ ਕੀਮਤ ਤੁਹਾਡੇ ਕੋਲ ਐਡ ਕੀਤੇ ਉਸ ਦੀ ਜ਼ਿੰਮੇਵਾਰੀ ਹੋਏਗੀ ਉਸ ਦੁਕਾਨਦਾਰ ਦੀ ਬੈਟਰੀ ਨੂੰ ਵਾਪਸ ਲੈਣਾ ਜਦ ਤੁਸੀਂ ਨਵੀਂ ਬੈਟਰੀ ਖਰੀਦਦੇ ਹੋ ਉੱਥੇ ਵੇਰੋ। ਕਿਉਂਕਿ ਇਹਨਾਂ ਦੁਕਾਨਦਾਰਾਂ ਕੋਲ ਅੱਗੇ ਫਿਰ ਲਿੰਕ ਹੁੰਦੇ ਨੇ ਜਿੱਥੇ ਇਹਨਾਂ ਨੇ ਸਾਰੀਆਂ ਬੈਟਰੀਆਂ ਜਾਂ ਜੋ ਵੀ ਪਾਰਟਸ ਹੁੰਦੇ ਨੇ ਵਾਪਸ ਕਰਨੇ। ਹੁਣ ਮੈਂ ਆਪਣੀ ਗੱਡੀ ਦੀ ਬੈਟਰੀ ਬਦਲਣੀ ਆ, ਮੈਂ ਦੁਕਾਨਦਾਰ ਨੂੰ ਹੀ ਬੈਟਰੀ ਪੁਰਾਣੀ ਵਾਪਸ ਕਰ ਦੇਣੀ ਆ ਅਤੇ ਉਹਦੇ ਕੋਈ ਐਕਸਟਰਾ ਚਾਰਜਿਸ ਨਹੀਂ ਕਰੇਗਾ ਅਤੇ ਨਾ ਹੀ ਉਹ ਕਰ ਸਕਦਾ ਹੈ। ਕਿਉਂਕਿ ਕਾਨੂੰਨ ਇਟਲੀ ਵਿੱਚ ਇਹ ਆ ਕਿ ਜਦ ਤੁਸੀਂ ਗੱਡੀ ਦਾ ਯੂਜ਼ ਕੀਤਾ ਪਾਰਟ ਮਕੈਨਿਕ ਕੋ ਛੱਡਦੇ ਹੋ, ਉਹ ਐਕਸਟਰਾ ਪੈਸੇ ਨਹੀਂ ਲੈਂਦਾ ਹੈਗਾ। ਸਵਾਲ ਨੰਬਰ 4, ਫਿਰ ਦੇਮੋਲੀਰੇ। ਦੇਮੋਲੀਰੇ ਮਤਲਬ ਹੁੰਦਾ ਕਰੈਸ਼ ਕਰਨਾ ਜਾਂ ਸੱਟਣਾ। ਉਹ ਰੋਤਾ ਮਾਰੇ, ਰੋਤਾ ਮਾਰੇ ਦਾ ਮਤਲਬ ਵੀ ਇਹੀ ਸੇਮ ਆ। ਜਦੋਂ ਗੱਡੀ ਆਪਾਂ ਸਕ੍ਰੈਪ ਵਿੱਚ ਸੱਟਦੇ ਆ, ਜਿੱਦਾਂ ਲਾ ਲਓ ਮੇਰੇ ਕੋਲ ਗੱਡੀ ਬੂਤਾ ਕਰਨੀ, ਮੈਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਬੂਤਾ ਕਰਨੀ ਆ। ਜਦ ਗੱਡੀ ਆਪਣੀ ਮੈਂ ਸੱਟਣੀ ਆ, ਕਿਉਂਕਿ ਖੜੀ ਗੱਡੀ ਦੀ ਅਗਰ ਮੈਂ ਯੂਜ਼ ਨਹੀਂ ਕਰ ਰਿਹਾ ਤੇ ਉਹਦੀ ਬੋਲੋ ਪਈ ਜਾਣੀ ਆ, ਸੋ ਉਹਨੂੰ ਸੱਟਣ ਵਿੱਚ ਫਾਇਦਾ ਆ। ਸੋ ਜਦ ਮੈਂ ਗੱਡੀ ਨੂੰ ਫੈਂਕਣਾ ਆ ਜਾਂ ਸਕ੍ਰੈਪ ਕਰਨਾ ਹੈ ਉਸਨੂੰ, ਲੋ ਸੀ ਦੇਵੇ ਕੌਨਸਿਗਨਾਰੇ, ਜ਼ਰੂਰੀ ਆ ਦੇਣਾ, ਐਸਕਲੂਸਿਵamente ਸਿਰਫ, ਕੌਨਚੈਸsionario ਹੁੰਦਾ ਜਿੱਥੋਂ ਗੱਡੀ ਖਰੀਦਦੇ ਆ ਕੰਪਨੀ। ਕੌਨਚੈਸsionario ਕਹਿ ਦੋ ਕੰਪਨੀ ਨੂੰ, ਵੀ ਸਿਰਫ ਉਸੇ ਕੰਪਨੀ ਨੂੰ ਦੇਣੀ ਗੱਡੀ ਵਾਪਸ। della casa costruttrice, casa costruttrice ਮਤਲਬ ਹੁੰਦਾ ਹੈ ਜਿਸ ਕੰਪਨੀ ਨੇ ਗੱਡੀ ਬਣਾਈ ਹੋਵੇ। ਸੋ ਕਹਿੰਦਾ ਜਿਸ ਮਤਲਬ ਕੰਪਨੀ ਨੇ ਗੱਡੀ ਬਣਾਈ ਆ, ਜਿਵੇਂ ਫੀਅਟ ਵਾਲੇ ਨੂੰ ਗੱਡੀ ਦੇਣ, BMW ਵਾਲੇ ਨੂੰ ਹੀ ਗੱਡੀ ਦੇਣ ਅਗਰ ਗੱਡੀ ਉਹਨਾਂ ਨੇ ਸੱਟਣੀ ਆ। ਫਾਲਸੋ ਇਹ ਹਰ ਏਰੀਏ ਵਿੱਚ ਇੱਕ ਕਬਾੜ ਦਾ ਸਮਾਨ ਜਿੱਥੇ ਵਿਕਦਾ ਏ ਉੱਥੇ ਤੁਸੀਂ ਜਾ ਕੇ ਆਪਣੀ ਗੱਡੀ ਸੱਟ ਸਕਦੇ ਹੋ। ਜ਼ਰੂਰੀ ਨਹੀਂ ਹੈਗਾ ਕਿ ਗੱਡੀ ਦਾ ਬ੍ਰਾਂਡ ਜੋ ਆ ਉਹਨਾਂ ਨੂੰ ਹੀ ਗੱਡੀ ਆਪਾਂ ਵਾਪਸ ਕਰਨੀ ਆ। ਸੋ ਜਿੱਥੇ ਸਕ੍ਰੈਪ ਦਾ ਸਮਾਨ ਵਿਕਦਾ ਆ ਜਾਂ ਮਿਲਦਾ ਆ ਉੱਥੇ ਆਪਾਂ ਗੱਡੀ ਵਾਪਸ ਦੇ ਸਕਦੇ ਹਾਂ, ਮਤਲਬ ਸੱਟ ਸਕਦੇ ਹਾਂ। ਇਸ ਦਾ ਫਾਇਦਾ ਕੀ ਆ, ਜਦ ਗੱਡੀ ਤੁਸੀਂ ਇੱਕ ਵਾਰੀ ਸੱਟ ਦਿੰਦੇ ਹੋ ਤੁਹਾਨੂੰ ਇੱਕ ਸਰਟੀਫਿਕੇਟ ਕੱਟ ਕੇ ਦਿੰਦੇ ਨੇ ਵੀ ਇਹ ਹੁਣ ਗੱਡੀ ਤੁਹਾਡੀ ਨਹੀਂ ਰਹੀ, ਮਤਲਬ ਤੁਸੀਂ ਫੈਂਕਤੀ ਆ, ਅਤੇ ਉਸ ਦਿਨ ਤੋਂ ਬਾਅਦ ਤੁਹਾਡੀ ਗੱਡੀ ਦੀ ਬੋਲੋ ਵੀ ਪੈਣੀ ਬੰਦ ਹੋ ਜਾਏਗੀ। ਸੋ ਸਵਾਲ ਸੀਗਾ ਫਾਲਸੋ 4 ਨੰਬਰ। 5 ਨੰਬਰ ਪੜ੍ਹਦਾ ਮੈਂ, ਅਬੰਦੋਨੋ ਦੀ una batteria, ਇੱਕ ਬੈਟਰੀ ਨੂੰ ਛੱਡਣਾ। ਪੇਰਾਉਤੋ ਗੱਡੀ ਦੀ ਬੈਟਰੀ ਨੂੰ ਛੱਡਣਾ, ਸੁਲਾ ਸਟਰਾਦਾ ਸੜਕ ਉੱਪਰ, ਉਹ terreno ਜਾਂ ਜ਼ਮੀਨ ਉੱਪਰ, ਪੋ ਅਰੇਕਾਰੇ ਮਤਲਬ ਇੱਕ ਕਾਰਨ ਬਣ ਸਕਦੀ ਆ। ਅਰੇਕਾਰੇ ਦਾ ਮਤਲਬ ਹੁੰਦਾ ਕਾਰਨ ਬਣਨਾ। ਗ੍ਰਾਵੀ ਗੰਭੀਰ, ਦਾਨੀ ਨੁਕਸਾਨ ਦਾ, ਅਲੰਬੀਐਂਤੇ ਵਾਤਾਵਰਨ। ਸੋ ਕਹਿੰਦਾ ਅਗਰ ਗੱਡੀ ਦੀ ਬੈਟਰੀ ਤੁਸੀਂ ਛੱਡ ਦਿੰਦੇ ਹੋ ਸੜਕ ਉੱਪਰ ਜਾਂ ਜ਼ਮੀਨ ਉੱਪਰ, ਉਹ ਕਾਰਨ ਬਣ ਸਕਦੀ ਆ, ਵਜ੍ਹਾ ਬਣ ਸਕਦੀ ਆ ਜ਼ਿਆਦਾ ਨੁਕਸਾਨ ਦਾ ਵਾਤਾਵਰਨ ਵਾਸਤੇ। ਤੇ ਫਲਦੇ ਕਹਿੰਦੇ ਨੇ ਜ਼ਮੀਨ ਦੇ ਨੀਚੇ ਪਾਣੀ ਦੀ ਜਿਹੜੀ ਪਰਤ ਹੁੰਦੀ ਆ ਜੋ ਕਿ ਉਪਜਾਊ ਬਣਦੀ ਆ ਫਸਲਾਂ ਵਾਸਤੇ।
ਸੋ ਫਲ ਦੇ ਐਕੁਇਫੇਰੇ, ਜ਼ਮੀਨ ਦੇ ਨੀਚੇ ਪਾਣੀ ਦੀ ਪਰਤ। ਸੋ ਇਹਨਾਂ ਤਿੰਨਾਂ ਲਫ਼ਜ਼ਾਂ ਦਾ ਇੱਕੋ ਹੀ ਮਤਲਬ ਆ, ਫਲ ਦੇ ਐਕੁਇਫੇਰੇ ਸੋਤੋਸਤਾਂਤੀ, ਨੀਚੇ ਜ਼ਮੀਨ ਦੇ ਪਾਣੀ ਦੀ ਪਰਤ ਜਾਂ ਕਹਿ ਲਓ ਉਪਜਾਊ ਹਿੱਸਾ। ਇਹ ਉਸ ਨੂੰ ਤੇ ਵਾਤਾਵਰਨ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਜੇਕਰ ਤੁਸੀਂ ਗੱਡੀ ਦੀ ਬੈਟਰੀ ਇੱਦਾਂ ਹੀ ਫੈਂਕ ਦਿੰਦੇ ਹੋ ਉੱਥੇ। ਵੇਰੋ ਸਵਾਲ ਨੰਬਰ 6, ਇਲ ਪ੍ਰੋਪਰੀਏਟਾਰੀਓ ਹੁੰਦਾ ਮਾਲਿਕ del veicolo, ਗੱਡੀ ਦਾ, che intende ਜੋ ਚਾਹੁੰਦਾ ਆ demolirlo, ਸੱਟਣਾ, ਰੋਤਾ ਮਾਰੇ, ਫੈਂਕਣਾ ਇੱਕੋ ਹੀ ਗੱਲ ਆ, ਰੋਤਾ ਮਾਰੇ ਤੇ demolire, ਜੋ ਕਿ ਆਪਣੀ ਗੱਡੀ ਨੂੰ ਸਕ੍ਰੈਪ ਕਰਨਾ ਚਾਹੁੰਦਾ ਆ, ਫੈਂਕਣਾ ਚਾਹੁੰਦਾ ਆ, ਸੁੱਟਣਾ ਚਾਹੁੰਦਾ ਆ। deve consegnarlo, ਦੇਣੀ ਜ਼ਰੂਰੀ ਆ ਗੱਡੀ ad un centro di raccolta। centro di raccolta ਕਹਿੰਦੇ ਨੇ ਇੱਕ ਪੂਰਾ ਦਾ ਪੂਰਾ ਸੈਂਟਰ ਹੁੰਦਾ ਆ, ਇੱਕ ਲਾ ਲਓ ਤੁਸੀਂ ਐਸੀ ਮੈਗਜ਼ੀਨ ਹੁੰਦੀ ਆ ਦੀ raccolta, ਜਿੱਥੇ ਇਕੱਠ ਕੀਤਾ ਹੁੰਦਾ ਆ। ਕਾਹਦਾ? per la messa in sicurezza। messa in sicurezza ਕਹਿੰਦੇ ਨੇ ਕਿਸੇ ਚੀਜ਼ ਨੂੰ ਕਿਸੇ ਤਰੀਕੇ ਨਾਲ ਰੱਖਣਾ। messa in sicurezza। ਹੁਣ ਜਿਵੇਂ ਲਾ ਲਓ ਆਪਣੇ ਨਜ਼ਦੀਕੀ ਕੋਈ ਵੀ ਕੈਸੀ ਜਗ੍ਹਾ ਹੋਏਗੀ ਜਿੱਥੇ ਗੱਡੀਆਂ ਨੂੰ ਸੱਟਿਆ ਜਾਂਦਾ ਆ, ਉਹਨਾਂ ਨੂੰ ਕਹਿੰਦੇ ਨੇ ਆਊਟੋ demolitore। ਆਊਟੋ demolitore, ਜਿੱਥੇ ਗੱਡੀਆਂ ਨੂੰ ਸੱਟਿਆ ਜਾਂਦਾ ਆ, ਤੇ ਉਹ ਹੋਣਾ ਚਾਹੀਦਾ ਆ ਆਊਥੋਰਿਜ਼ਾਤੋ, ਮਤਲਬ ਉਸ ਕੋਲ ਅਥਾਰਟੀ ਹੋਣੀ ਚਾਹੀਦੀ ਆ ਉਹ ਕੰਮ ਕਰਨ ਦੀ। ਸੋ ਇਸ ਕਰਕੇ ਸਵਾਲ ਵਿੱਚ ਕਿਹਾ ਗਿਆ ਸੀਗਾ ਵੀ ਇੱਕ ਮਾਲਿਕ ਜਿਸ ਨੇ ਆਪਣੀ ਗੱਡੀ ਫੈਂਕਣੀ ਆ, ਜ਼ਰੂਰੀ ਆ ਕਿ ਉੱਥੇ ਗੱਡੀ ਸੱਟੇ ਜਿੱਥੇ ਪੂਰਾ ਸੈਟਿੰਗ ਕੀਤੀ ਹੋਈ ਆ। ਮੈਸਾ ਇਨ ਸਿਕੁਰੇਜ਼ਾ ਮਤਲਬ ਹਿਫਾਜ਼ਤੀ ਤਰੀਕੇ ਨਾਲ, ਜਿੱਥੇ ਸਾਰਾ ਅਥਾਰਟੀ ਵਗੈਰਾ ਜਿਨ੍ਹਾਂ ਕੋਲ ਹੈਗੀ ਆ ਤੇ ਜਿਨ੍ਹਾਂ ਦਾ ਇੱਕ ਨਾਮ ਆ, ਉਹਨੂੰ ਕਹਿੰਦੇ ਨੇ ਆਊਟੋ demolitore, ਮਤਲਬ ਜਿੱਥੇ ਗੱਡੀਆਂ ਫੈਂਕੀ ਦੀਆਂ ਨੇ ਉੱਥੇ। ਵੇਰੋ ਸਵਾਲ ਨੰਬਰ 7, lo scarico dei residui organici। residui organici ਮਤਲਬ ਹੁੰਦਾ ਆ ਜਿਹੜਾ ਗੰਦ ਹੁੰਦਾ ਆ, ਉਹਨਾਂ ਨੂੰ ਸ਼ਕਾਰੀਗੋ ਮਤਲਬ ਖਾਲੀ ਕਰਨਾ। ਇਹ ਆਕਵੇ ਸਪੋਰਕੇ, ਆਕਵੇ ਸਪੋਰਕੇ ਮਤਲਬ ਗੰਦਾ ਪਾਣੀ। ਹੁਣ ਇੱਥੇ ਮੈਂ ਗੱਲ ਕਰਾਂਗਾ ਆਊਟੋ ਕਾਰਾਵਾਨ ਦੀ। ਹੁਣ ਨੋਰਮਲ ਗੱਲ ਆ, ਅਗਰ ਆਊਟੋ ਕਾਰਾਵਾਨ ਵਿੱਚ ਆਪਾਂ ਸਫ਼ਰ ਕਰ ਰਹੇ ਹਾਂ ਤੇ ਉਹਦੇ ਵਿੱਚ ਹੀ ਟੋਇਲਟ ਸਿਸਟਮ ਹੁੰਦਾ ਹੈ ਤੇ ਉਹਦੇ ਵਿੱਚ ਹੀ ਰਸੋਈ ਹੁੰਦੀ ਆ। ਸੋ ਜਿਹੜਾ ਰੈਜ਼ੀਡੂਈ ਆਰਗੈਨਿਕੀ ਮਤਲਬ ਖਾਣ ਪੀਣ ਤੋਂ ਬਾਅਦ ਜਿਹੜਾ ਸਮਾਨ ਆਪਾਂ ਬਦੂਨੀ ਵਿੱਚ ਸੱਟਦੇ ਹਾਂ, ਰੱਦੀ, ਇਹ dell'acque sporche ਜਾਂ ਗੰਦਾ ਪਾਣੀ, ਜਿਵੇਂ ਕਿ ਟੋਇਲਟ ਦਾ ਪਾਣੀ, dell'auto caravan, ਕੈਂਪਰ ਦਾ, deve avvenire ਵੀ ਜ਼ਰੂਰੀ ਆ ਕਿ ਇਹ ਹੋਵੇ ਕਿੱਥੇ, negli appositi ਖਾਸ ਇੰਪਿਆਂਤੀ, ਇੰਪਿਆਂਤੀ ਮਤਲਬ ਖਾਸ ਸਿਸਟਮ ਢਾਂਚਾ ਬਣਿਆ ਹੋਵੇ, ਦੀ ਸਮਾਲਤੀਮੈਂਟੋ, ਜਿੱਥੇ ਇਹਨਾਂ ਨੂੰ ਸੱਟਿਆ ਜਾਂਦਾ ਆ, ਉਸ ਨੂੰ ਕਹਿੰਦੇ ਨੇ ਇਜੈਨਿਕੋ ਸੈਨੀਟਾਰੀਓ। ਜਿੱਥੇ ਬਾਥਰੂਮ ਜਾਂ ਗਟਰ ਦਾ ਪਾਣੀ ਜਾਂ ਰਸੋਈ ਦਾ ਵਾਧ ਘਾਟ ਜਿੱਥੇ ਸੱਟੀ ਜਾਂਦੀ ਆ, ਉਸ ਇੰਪਿਆਂਤੋ ਨੂੰ ਕਿਹਾ ਜਾਂਦਾ ਆ impianto di smaltimento। ਇਸ ਦਾ ਇੱਕ ਸਾਈਨ ਬੋਰਡ ਵੀ ਦੇਖਿਆ ਸੀਗਾ ਆਪਾਂ ਜਦੋਂ ਇੰਡੀਕਾਜ਼ੀਓਨੇ ਵਾਲੇ ਪੜ੍ਹੇ ਸੀਗੇ, ਜਿੱਥੇ ਕਾਰਾਵਾਨ ਦਾ ਸਾਈਨ ਬੋਰਡ ਲੱਗਾ ਹੁੰਦਾ ਆ। ਸੋ ਜੋ ਗੱਡੀ ਕਾਰਾਵਾਨ ਦਾ ਵਧਿਆ ਘਟਿਆ ਸਮਾਨ ਤੇ ਉਸ ਦੇ ਟੋਇਲਟ ਦਾ ਪਾਣੀ ਯਾਨੀ ਕਿ ਗਟਰ ਦਾ ਪਾਣੀ ਇੱਕ ਖਾਸ ਇੰਪਿਆਂਤੋ ਵਿੱਚ ਹੀ ਆਪਾਂ ਨੂੰ ਸੱਟਣਾ ਚਾਹੀਦਾ ਹੈਗਾ ਆ। ਸਵਾਲ ਵੀਰੋ 8 ਨੰਬਰ, ਇਹ ਸਵਾਲ ਥੋੜਾ ਇੰਪੋਰਟੈਂਟ ਆ, ਸੋ ਥੋੜਾ ਧਿਆਨ ਦਿਓ।
è vietato scaricare nella fognatura। fognatura ਹੁੰਦਾ ਗਟਰ, ਜਿਵੇਂ ਸੀਵਰੇਜ। ਸੋ ਉਹਦੇ ਵਿੱਚ ਸੱਟਣ ਦੀ ਮਨਾਹੀ ਆ। ਇਹ ਲਿਕੁਇਡੀ ਅੰਟੀਜੈਲੋ। ਅੰਟੀਜੈਲੋ ਲਿਕੁਇਡ ਹੁੰਦਾ ਆ ਜਿਹੜਾ ਬਰਫ਼ ਨੂੰ ਜੰਮਣ ਨਹੀਂ ਦਿੰਦਾ। del circuito di raffreddamento। ਓਕੇ, ਆਪਾਂ ਪਹਿਲੇ ਸਵਾਲ ਪੜ੍ਹੇ ਸੀਗੇ ਵੀ ਅਕਸਰ ਸਰਦੀਆਂ ਵਿੱਚ ਗੱਡੀ ਦੇ ਵਿੱਚ ਜਿਹੜਾ ਲਿਕੁਇਡ ਕੂਲਿੰਗ ਕਰਨ ਵਾਲਾ ਘੁੰਮਦਾ ਆ ਉਹ ਜੰਮ ਨਾ ਜਾਏ, ਇਸ ਲਈ ਉਹਦੇ ਵਿੱਚ ਅੰਟੀਜੈਲੋ ਨਾਮ ਦਾ ਇੱਕ ਲਿਕੁਇਡ ਪਾਉਣਾ ਪੈਂਦਾ ਆ। ਸੋ ਉਸ ਲਿਕੁਇਡ ਨੂੰ ਸੱਟਣ ਦੀ ਮਨਾਹੀ ਆ ਗਟਰ ਵਿੱਚ ਜਾਂ ਗਟਰ ਵਾਲੇ ਪਾਈਪ ਸੀਵਰੇਜ ਵਿੱਚ ਪੋਇਕੇ, ਕਿਉਂਕਿ potrebbe ਹੋ ਸਕਦਾ ਆ non essere biodegradabile। ਓਕੇ, ਮੈਂ ਪਹਿਲੇ ਇਸ ਲਫ਼ਜ਼ ਨੂੰ ਸਮਝਾਉਣਾ ਚਾਹੁੰਦਾ। biodegradabile ਹੁੰਦਾ ਕੀ ਆ? biodegradabile ਦਾ ਮਤਲਬ ਹੁੰਦਾ ਆ ਉਹ ਚੀਜ਼ਾਂ ਜਿਹੜੀਆਂ ਵਾਤਾਵਰਨ ਨੂੰ ਜਾਂ ਮੌਸਮ ਨੂੰ ਕੋਈ ਨੁਕਸਾਨ ਨਹੀਂ ਕਰਦੀਆਂ। ਸੋ ਸਵਾਲ ਕਹਿ ਰਿਹਾ ਸੀਗਾ ਵੀ ਜੋ biodegradabile ਨਹੀਂ ਹੈਗਾ, ਇਸ ਕਰਕੇ ਉਸ ਨੂੰ ਗਟਰ ਵਿੱਚ ਸੱਟਣ ਦੀ ਮਨਾਹੀ ਲੱਗੀ ਹੈਗੀ ਉੱਥੇ। ਵੇਰੋ ਅਕਸਰ ਬਹੁਤ ਸਾਰੇ ਐਸੇ ਨਵੇਂ ਪ੍ਰੋਡਕਟ ਮਾਰਕੀਟ ਵਿੱਚ ਆ ਰਹੇ ਨੇ ਜਿਹੜੇ ਬੀਓ ਹੁੰਦੇ ਨੇ। ਸੋ biodegradabile ਦਾ ਮਤਲਬ ਹੁੰਦਾ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਨਾ ਹੋਏ। ਅੰਟੀਜੈਲੋ ਜੋ ਕਿ ਇੱਕ ਐਸਾ ਲਿਕੁਇਡ ਆ ਜਿਹੜਾ ਕਿ ਨੁਕਸਾਨ ਦੇ ਸਕਦਾ ਆ, ਉਸ ਨੂੰ ਯੂਜ਼ ਕਰਨ ਦੀ ਮਨਾਹੀ ਲੱਗੀ ਹੈਗੀ ਉੱਥੇ। ਵੇਰੋ ਅੱਗੇ ਆਪਾਂ ਗੱਲ ਕਰਦੇ ਹਾਂ ਵੀ ਕਿਸ ਕਿਸ ਚੀਜ਼ ਦੀ ਮਨਾਹੀ ਆ ਰੋਡ ਉੱਪਰ ਚੱਲਦੇ ਸਮੇਂ। ਸਵਾਲ ਨੰਬਰ 1, è vietato gettare। gettare ਮਤਲਬ ਫੈਂਕਣਾ, ਸੁੱਟਣਾ। ਆਪਾਂ ਹੁਣ ਤੱਕ ਬੁੱਤਾਰੇ ਸੁਣਿਆ ਆ, ਉਹਨੂੰ ਜਿਤਾਰੇ ਵੀ ਕਹਿੰਦੇ ਨੇ। ਉਹ ਜੈਤੀ ਸਮਾਨ, ਰਿਫਿਊਟੀ ਗੰਦ, ਗੰਦਗੀ। dai veicoli in movimento ਚਲਦੀ ਗੱਡੀ ਤੋਂ ਰੱਦੀ ਤੇ ਚਲਦੀ ਗੱਡੀ ਤੋਂ ਸਮਾਨ ਸੱਟਣ ਦੀ ਮਨਾਹੀ ਲੱਗੀ ਹੈਗੀ ਉੱਥੇ। ਵੇਰੋ ਸਵਾਲ ਨੰਬਰ 2, su tutte le strade। ਸਾਰੀਆਂ ਹੀ ਸੜਕਾਂ ਉੱਪਰ sono vietati ਮਨਾਹੀ ਆ gli avvisatori acustici, ਹੌਰਨ ਦਾ ਯੂਜ਼ ਕਰਨ ਦੀ। ਸੋ ਕਹਿੰਦਾ ਸਾਰੀਆਂ ਹੀ ਸੜਕਾਂ ਜਿੰਨੀਆਂ ਇਟਲੀ ਵਿੱਚ ਨੇ ਸਾਰੀਆਂ ਉੱਪਰ ਹੌਰਨ ਮਾਰਨ ਦੀ ਮਨਾਹੀ ਲੱਗੀ ਉੱਥੇ। ਫਾਲਸੋ ਹਾਂ, ਇਹ ਗੱਲ ਪੱਕੀ ਆ ਵੀ ਜਿੱਥੇ ਹੌਰਨ ਮਾਰਨ ਦੀ ਮਨਾਹੀ ਵਾਲਾ ਸਾਈਨ ਬੋਰਡ ਲੱਗਾ ਆ ਉੱਥੇ ਮਨਾਹੀ ਹੈ ਆ। ਉੱਦਾਂ ਅਗਰ ਆਪਣੇ ਸਾਹਮਣੇ ਕੋਈ ਅਚਾਨਕ ਪੈਦਲ ਆ ਗਿਆ ਏ, ਆਪਾਂ ਹਲਕਾ ਜਿਹਾ ਹੌਰਨ ਲਗਾ ਸਕਦੇ ਹਾਂ ਜੇਕਰ ਉਹ ਖਤਰਾ ਬਣ ਰਿਹਾ ਏ। ਸਵਾਲ ਫਾਲਸੋ। 3 ਨੰਬਰ, è vietato ਮਨਾਹੀ ਆ danneggiare ਹੁੰਦਾ ਨੁਕਸਾਨ ਦੇਣ ਦੀ, ਡੈਮੇਜ ਕਰਨ ਦੀ। le opere। ਓਪਰੇ ਮਤਲਬ ਜਿਵੇਂ ਰੋਡ ਤੇ ਚੀਜ਼ਾਂ ਬਣੀਆਂ ਹੁੰਦੀਆਂ, ਫੁਹਾਰੇ ਜਾਂ ਰੋਡ ਦੇ ਚੌਂਕ, ਉਹਨੂੰ ਓਪਰੇ ਕਹਿੰਦੇ ਨੇ। ਇਹ ਲਿੰਪਿਆਂਤੀ ਤੇ ਰੋਡ ਉੱਪਰ ਬਣਿਆ ਸਿਸਟਮ ਸਟਰਾਦਾਲੀ, ਸੜਕ ਦੇ। ਸੋ ਸੜਕ ਤੇ ਬਣੀਆਂ ਫੁਹਾਰੇ ਜਾਂ ਮੂਰਤੀਆਂ ਜਾਂ ਬਣਾਇਆ ਹੋਇਆ ਸਿਸਟਮ, ਇਸ ਨੂੰ ਨੁਕਸਾਨ ਦੇਣ ਦੀ ਮਨਾਹੀ ਲੱਗੀ ਹੈਗੀ ਉੱਥੇ। ਵੇਰੋ ਸਵਾਲ ਨੰਬਰ 4, su tutte le strade। ਸਾਰੀਆਂ ਸੜਕਾਂ ਉੱਪਰ è vietato ਮਨਾਹੀ ਆ il transito ਚੱਲਣ ਦੀ dei veicoli ਉਹ ਗੱਡੀਆਂ che superano ਜੋ ਪਾਰ ਕਰ ਰਹੀਆਂ ਨੇ 10 metri ਦੀ lunghezza ਜਿਨ੍ਹਾਂ ਦੀ 10 ਮੀਟਰ ਤੋਂ ਜ਼ਿਆਦਾ ਲੰਬਾਈ ਆ, ਜਿਵੇਂ ਕਿ ਇੱਕ ਟਰੱਕ ਪਿੱਛੇ ਰਿਮੋਰਕਿਓ, ਉਹਨਾਂ ਨੂੰ ਚੱਲਣ ਦੀ ਮਨਾਹੀ ਲੱਗੀ ਹੈਗੀ ਉੱਥੇ। ਫਾਲਸੋ। ਸਵਾਲ ਨੰਬਰ 5, è vietato ਮਨਾਹੀ ਆ immettere ਮਤਲਬ ਰੋਡ ਤੇ ਦਾਖਲ ਹੋਣਾ, sulle strade ਸੜਕ ਉੱਪਰ ਦਾਖਲ ਹੋਣ ਦੀ ਮਨਾਹੀ ਆ con le ruote del veicolo ਗੱਡੀ ਦੇ ਪਹੀਏ ਦੇ ਨਾਲ, sporche ਜੋ ਗੰਦੇ ਹੋਏ ਨੇ, ਦੀ ਫਾਂਗੋ ਮਤਲਬ ਚਿੱਕੜ ਦੇ ਨਾਲ।
ਸੋ ਜਿਨ੍ਹਾਂ ਗੱਡੀਆਂ ਦੇ ਪਹੀਏ ਚਿੱਕੜ ਨਾਲ ਲਿਬੜੇ ਹੋਏ ਨੇ ਉਹਨਾਂ ਨੂੰ ਰੋਡ ਉੱਪਰ ਦਾਖਲ ਹੋਣ ਦੀ ਮਨਾਹੀ ਲੱਗੀ ਹੈਗੀ ਉੱਥੇ ਵੀਰੋ। ਸਵਾਲ ਨੰਬਰ 6 è vietato sporcare, ਮਨਾਹੀ ਆ sporcare ਮਤਲਬ ਗੰਦਾ ਕਰਨ ਦੀ, la carreggiata ਰੋਡ ਨੂੰ, depositando ਮਤਲਬ ਖਿਲਾਰਦੇ ਹੋਏ, ਰਿਫਿਊਟੀ ਮਤਲਬ ਰੱਦੀ, ਗੰਦ, ਰੋਡ ਤੇ ਗੰਦ ਖਿਲਾਰ ਕੇ ਜਾਂ ਗੰਦ ਰੱਖ ਕੇ ਰੋਡ ਨੂੰ ਗੰਦਾ ਕਰਨ ਦੀ ਮਨਾਹੀ ਲੱਗੀ ਉੱਥੇ ਵੀਰੋ। ਸੋ ਮੈਂ ਇੱਥੇ ਡਿਪੋਜ਼ਿਟਾਂਦੋ ਨੂੰ ਰੱਖਣਾ ਵੀ ਕਹਿ ਸਕਦਾ ਤੇ ਸੱਟਣਾ ਵੀ ਕਹਿ ਸਕਦਾ, ਕਿਉਂਕਿ ਅਗਰ ਆਪਾਂ ਸਮਾਨ ਰੱਖ ਦਿੰਨੇ ਆ ਜਾਂ ਸਮਾਨ ਰੱਖ ਕੇ ਛੱਡ ਜਾਂਦੇ ਆ, ਦੋਨੋਂ ਦਾ ਮਤਲਬ ਸੇਮ ਹੀ ਬਣਦਾ ਆ। ਸੋ ਰੋਡ ਨੂੰ ਗੰਦਗੀ ਰੱਖ ਕੇ, ਗੰਦਗੀ ਸੱਟ ਕੇ ਗੰਦਾ ਕਰਨ ਦੀ ਮਨਾਹੀ ਲੱਗੀ ਉੱਥੇ। ਸਵਾਲ ਨੰਬਰ 7 su tutte le strade, ਸਾਰੀਆਂ ਸੜਕਾਂ ਉੱਪਰ è vietato, ਮਨਾਹੀ ਆ। ਇਹ ਸਿਰ ਚਿਤਾਰਸੀ ਹੁੰਦਾ ਸਿੱਖਣਾ, ਇਹ ਸਿਰ ਚਿਤਾਰਸੀ ਸਿੱਖਣ ਦੀ alla guida ਡਰਾਈਵਿੰਗ। ਸੋ ਕਹਿੰਦਾ ਵੀ ਸਾਰੀਆਂ ਸੜਕਾਂ ਉੱਪਰ ਇਟਲੀ ਦੀਆਂ ਗੱਡੀ ਸਿੱਖਣ ਦੀ ਮਨਾਹੀ ਲੱਗੀ ਉੱਥੇ, ਫਾਲਸੋ। ਹੁਣ ਜਿਵੇਂ ਤੁਹਾਨੂੰ ਥਿਓਰੀ ਪਾਸ ਕਰਨ ਤੋਂ ਬਾਅਦ ਫੋਲੀਓ ਰੋਜ਼ਾ ਮਿਲਿਆ ਏ, ਤੁਸੀਂ 10 ਸਾਲ ਪੁਰਾਣੇ ਲਾਇਸੈਂਸ ਵਾਲੇ ਨਾਲ ਗੱਡੀ ਚਲਾਣੀ ਸਿੱਖ ਸਕਦੇ ਹੋ। ਸਵਾਲ ਕਹਿ ਰਿਹਾ ਸੀ ਤੁਸੀਂ ਸਿੱਖ ਹੀ ਨਹੀਂ ਸਕਦੇ ਹੈਗੇ ਉੱਥੇ, ਫਾਲਸੋ। ਸਵਾਲ ਨੰਬਰ 8 è vietato parcheggiare, ਪਾਰਕਿੰਗ ਕਰਨ ਦੀ ਮਨਾਹੀ ਆ nelle zone residenziali, ਰੈਜ਼ੀਡੈਂਸ਼ੀਅਲੀ ਦਾ ਮਤਲਬ ਹੁੰਦਾ ਆ ਰਿਹਾਇਸ਼ੀ ਇਲਾਕਾ। ਸੋ ਰਿਹਾਇਸ਼ੀ ਏਰੀਏ ਵਿੱਚ ਜਿੱਥੇ ਕਾਫੀ ਸਾਰੀਆਂ ਘਰ ਹੋਣ ਉੱਥੇ ਗੱਡੀ ਪਾਰਕਿੰਗ ਕਰਨ ਦੀ ਮਨਾਹੀ ਲੱਗੀ ਹੈਗੀ ਉੱਥੇ, ਫਾਲਸੋ।